ਹੈਲੋ ਸਟੂਡੈਂਟਸ, ਹਾਊ ਆਰ ਯੂ। ਅੱਜ ਅਸੀਂ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਸੌਖਾ ਟੌਪਿਕ ਜੋ ਦੇਖਣ ਵਿੱਚ ਬਹੁਤ ਔਖਾ ਲੱਗਦਾ, ਪਰ ਅਸੀਂ ਇਸ ਨੂੰ ਸੌਖਾ ਬਣਾ ਦਾਂਗੇ ਇੱਕ ਦੇਸੀ ਜਿਹੇ ਤਰੀਕੇ ਦੇ ਨਾਲ, ਜਿਹਦੇ ਵਿੱਚ ਤੁਹਾਨੂੰ ਰੂਲਸ ਯਾਦ ਕਰਨ ਦੀ ਕੋਈ ਖਾਸ ਲੋੜ ਨਹੀਂ ਪਏਗੀ। ਓਕੇ, ਲੈਟਸ ਸਟਾਰਟ। ਸੋ ਆਪਾਂ ਇਹਨੂੰ ਸਿੱਖਣ ਲਈ ਰੂਲਸ ਤੋਂ ਐਗਜ਼ਾਮਪਲਸ ਵੱਲ ਨਹੀਂ ਜਾਵਾਂਗੇ, ਉਲਟਾ ਕਰਾਂਗੇ, ਐਗਜ਼ਾਮਪਲਸ ਤੋਂ ਰੂਲ ਵੱਲ ਜਾਵਾਂਗੇ। ਓਕੇ, ਸੋ ਇਸ ਤੋਂ ਪਹਿਲਾਂ ਕਿ ਸ਼ੁਰੂ ਕਰੀਏ ਸਾਨੂੰ ਇਹਦਾ ਮਤਲਬ ਜ਼ਰੂਰ ਪਤਾ ਹੋਵੇ। ਨਰੇਸ਼ਨ ਦਾ ਮਤਲਬ ਹੁੰਦਾ ਕੋਈ ਗੱਲ ਨੂੰ ਕਹਿਣਾ, ਕਥਨ ਕਰਨਾ, ਕੋਈ ਬਿਆਨ ਦੇਣਾ। ਠੀਕ ਹੈ, ਨਰੇਟ ਕਰਨਾ, ਕਿਸੇ ਵੀ ਚੀਜ਼ ਦਾ ਵਰਣਨ ਕਰਨਾ। ਸੋ ਇਹਦੇ ਵਿੱਚ ਇੱਕੋ ਹੀ ਕਹੀ ਗਈ ਗੱਲ ਨੂੰ ਆਪਾਂ ਦੋ ਤਰੀਕੇ ਨਾਲ ਕਿੱਦਾਂ ਕਹਿ ਸਕਦੇ ਹਾਂ, ਡਾਇਰੈਕਟ ਐਂਡ ਇਨਡਾਇਰੈਕਟ। ਬਸ ਇਹੀ ਹੈ ਨਰੇਸ਼ਨ। ਡਾਇਰੈਕਟ ਜਦੋਂ ਕਿਸੇ ਬੰਦੇ ਕੋਲ ਤੁਸੀਂ ਡਾਇਰੈਕਟ ਗੱਲ ਸੁਣੀ। ਇਨਡਾਇਰੈਕਟ ਜਦੋਂ ਉਹੀ ਗੱਲ ਤੁਸੀਂ ਕਿਸੇ ਹੋਰ ਦੇ ਥਰੂ ਸੁਣੀ। ਓਕੇ, ਸੋ ਆਓ ਆਪਾਂ ਐਗਜ਼ਾਮਪਲ ਤੋਂ ਸਮਝਣਾ ਸ਼ੁਰੂ ਕਰਦੇ ਹਾਂ। ਮਾਈ ਬ੍ਰਦਰ ਸੇਜ਼, ਮੇਰਾ ਬ੍ਰਦਰ ਕਹਿੰਦਾ ਹੈ। ਸੋ ਇੱਥੇ ਉਹ ਡਾਇਰੈਕਟ ਫਾਰਮ ਵਿੱਚ ਲਿਖਾਂਗੇ। ਜੇ ਡਾਇਰੈਕਟ ਵਿੱਚ ਲਿਖਣੀ ਹੋਵੇ ਫਿਰ ਆਪਾਂ ਪਤਾ ਕੀ ਕਰਾਂਗੇ, ਸੇਜ਼ ਤੋਂ ਬਾਅਦ ਲਗਾਵਾਂਗੇ ਕੋਮਾ, ਤੇ ਉਸ ਤੋਂ ਬਾਅਦ ਉਹਦੀ ਕਹੀ ਹੋਈ ਗੱਲ ਨੂੰ ਅਸੀਂ ਇਨਵਰਟਡ ਕੋਮਾਸ ਵਿੱਚ ਬੰਦ ਕਰ ਦਾਂਗੇ। ਠੀਕ ਹੈ, ਇਨਵਰਟਡ ਯਾਨੀ ਅੰਦਰ ਨੂੰ ਮੁੜੇ ਹੋਏ ਕੋਮੇ। ਸੋ ਕੀ ਕਹਿੰਦਾ ਬ੍ਰਦਰ, ਆਈ ਕੈਨ ਨਾਟ ਡੂ ਦਿਸ ਸਮ, ਮੈਂ ਇਹ ਸਵਾਲ ਹੱਲ ਨਹੀਂ ਕਰ ਸਕਦਾ। ਸੋ ਜਿੱਦਾਂ ਬ੍ਰਦਰ ਗੱਲ ਕਹਿੰਦਾ ਹੈ ਆਪਾਂ ਐਜ਼ ਇਟ ਇਜ਼ ਇੱਥੇ ਲਿਖ ਦਿੱਤੀ। ਹੁਣ ਮੰਨ ਲਓ ਤੁਹਾਨੂੰ ਕੋਈ ਪੁੱਛਦਾ, ਯਾਰ ਤੇਰਾ ਬ੍ਰਦਰ ਕੀ ਕਹਿੰਦਾ, ਤੁਸੀਂ ਉਹਨੂੰ ਕੀ ਜਵਾਬ ਦੋਗੇ। ਸੋ ਤੁਸੀਂ ਇਹੀ ਕਹੋਗੇ ਨਾ ਕਿ ਮੇਰਾ ਬ੍ਰਦਰ ਕਹਿੰਦਾ ਹੈ ਕਿ ਉਹ ਇਹ ਸਵਾਲ ਹੱਲ ਨਹੀਂ ਕਰ ਸਕਦਾ। ਠੀਕ ਹੈ, ਸੋ ਇਹੀ ਰੂਲ ਤੁਸੀਂ ਹਰ ਜਗ੍ਹਾ ਫੋਲੋ ਕਰਨਾ ਹੈ। ਉਹ ਗੱਲ ਸੁਣੀ, ਉਸ ਨੇ ਅੱਗੇ ਜਾ ਕੇ ਕਿਸੇ ਹੋਰ ਨੂੰ ਉਹੀ ਗੱਲ ਦੱਸਣੀ ਹੈ ਤਾਂ ਕਿੱਦਾਂ ਦੱਸੇਗਾ। ਹੁਣ ਪਹਿਲੇ ਸੈਂਟੈਂਸ ਵਿੱਚ ਤੁਸੀਂ ਗੱਲ ਸੁਣੀ, ਓਕੇ, ਮਾਈ ਬ੍ਰਦਰ ਸੇਜ਼, ਤੇ ਫਿਰ ਜਦੋਂ ਤੁਸੀਂ ਕਿਸੇ ਹੋਰ ਨੂੰ ਕਿਹਾ ਤੇ ਫਿਰ ਤੁਸੀਂ ਇਹੀ ਕਹੋਗੇ ਕਿ ਮੇਰਾ ਬ੍ਰਦਰ ਕਹਿੰਦਾ ਹੈ ਕਿ ਉਹ ਇਹ ਸਵਾਲ ਹੱਲ ਨਹੀਂ ਕਰ ਸਕਦਾ। ਠੀਕ ਹੈ, ਸੋ ਤੁਸੀਂ ਤਾਂ ਨਹੀਂ ਕਹੋਗੇ ਕਿਸੇ ਨੂੰ ਜਾ ਕੇ ਕਿ ਮੈਂ ਇਹ ਸਵਾਲ ਹੱਲ ਨਹੀਂ ਕਰ ਸਕਦਾ, ਕਹੇਗਾ ਤੂੰ ਤਾਂ ਹੱਲ ਕਰ ਸਕਦਾ ਹੈ। ਸੋ ਤੁਸੀਂ ਕਿਸੇ ਤੀਜੇ ਬੰਦੇ ਨੂੰ ਜਾ ਕੇ ਇਹ ਨਹੀਂ ਕਹੋਗੇ ਕਿ ਮੈਂ ਸਵਾਲ ਹੱਲ ਨਹੀਂ ਕਰ ਸਕਦਾ, ਤੁਸੀਂ ਕਹੋਗੇ ਕਿ ਮੇਰਾ ਬ੍ਰਦਰ ਕਹਿੰਦਾ ਕਿ ਉਹ ਇਹ ਸਵਾਲ ਹੱਲ ਨਹੀਂ ਕਰ ਸਕਦਾ। ਸੋ ਇਹੀ ਰੂਲ ਆਪਾਂ ਹਰ ਜਗ੍ਹਾ ਲਾਗੂ ਕਰਾਂਗੇ। ਸੋ ਆਓ ਆਪਾਂ ਕੁਝ ਐਗਜ਼ਾਮਪਲਸ ਨਾਲ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਫਸਟ, ਹੀ ਸੇਜ਼ ਮਾਈ ਬ੍ਰਦਰ ਲਾਈਕਸ ਐਪਲਸ। ਉਹ ਕਹਿੰਦਾ ਕਿ ਮੇਰਾ ਬ੍ਰਦਰ ਐਪਲਸ ਲਾਈਕ ਕਰਦਾ ਹੈ। ਸੋ ਜਦੋਂ ਤੁਸੀਂ ਕਿਸੇ ਨੂੰ ਜਾ ਕੇ ਗੱਲ ਕਹਿਣੀ ਹੋਏਗੀ ਤੁਸੀਂ ਇਹੀ ਕਹੋਗੇ ਨਾ ਕਿ ਉਹ ਕਹਿੰਦਾ ਕਿ ਉਹਦਾ ਬ੍ਰਦਰ ਐਪਲਸ ਲਾਈਕ ਕਰਦਾ ਹੈ। ਠੀਕ ਹੈ, ਸੋ ਆਪਾਂ ਕੀ ਲਿਖਾਂਗੇ, ਹੀ ਸੇਜ਼ ਦੈਟ ਹਿਸ ਬ੍ਰਦਰ ਲਾਈਕਸ ਐਪਲਸ। ਸੈਕਿੰਡ, ਹੀ ਸੇਜ਼ ਟੂ ਮੀ, ਉਹ ਮੈਨੂੰ ਕਹਿੰਦਾ। ਹੁਣ ਜਿੱਥੇ ਸੇਜ਼ ਟੂ ਆ ਜੇ, ਸੇ ਟੂ ਆ ਜੇ, ਠੀਕ ਹੈ, ਉੱਥੇ ਆਪਾਂ ਹੀ ਕਰਾਂਗੇ tells ਜਾਂ ਲਗਾਵਾਂਗੇ tell। ਓਕੇ, ਸੋ he says to me, comma, inverted commas begin, I do not live here, ਮੈਂ ਇੱਥੇ ਨਹੀਂ ਰਹਿੰਦਾ। ਹੁਣ ਕਿਹਨੂੰ ਗੱਲ ਕਹੀ, ਮੈਨੂੰ, ਹਨਾ, he says to me, ਤੇ ਮੈਂ ਕਿਸੇ ਹੋਰ ਨੂੰ ਜਾ ਕੇ ਗੱਲ ਕਵਾਂਗਾ ਤਾਂ ਕਿੱਦਾਂ ਕਵਾਂਗਾ ਕਿ ਯਾਰ ਉਹ ਕਹਿੰਦਾ ਕਿ ਉਹ ਇੱਥੇ ਨਹੀਂ ਰਹਿੰਦਾ। ਸੋ ਕੀ ਆਏਗਾ, he tells me that, ਸੋ that ਦਾ ਮਤਲਬ ਕਿ, ਠੀਕ ਹੈ, ਉਹ ਮੈਨੂੰ ਕਹਿੰਦਾ ਕਿ ਉਹ ਉੱਥੇ ਨਹੀਂ ਰਹਿੰਦਾ। he does not live here, ਸੋ ਪਹਿਲਾਂ I ਲੱਗਿਆ ਸੀ, I ਦੇ ਨਾਲ ਤਾਂ does ਲੱਗਦਾ ਨਹੀਂ, ਇਸ ਕਰਕੇ do not ਲੱਗਿਆ। ਪਰ ਹੁਣ ਜਦੋਂ ਇਨਡਾਇਰੈਕਟ ਬਣਾਉਣਾ ਹੈ ਤੇ I ਦੀ ਜਗ੍ਹਾ ਤੇ ਆਪਾਂ ਕੀ ਵਰਤਾਂਗੇ, he, ਕਿ ਉਹ ਉੱਥੇ ਨਹੀਂ ਰਹਿੰਦਾ। ਤੇ ਜੇ he ਲੱਗ ਗਿਆ ਤੇ ਫਿਰ do ਨਹੀਂ ਲੱਗੇਗਾ, he ਦੇ ਨਾਲ ਕੀ ਲੱਗੇਗਾ, does, he does not live here। ਥਰਡ, you say to ਗਗਨ, ਤੂੰ ਗਗਨ ਨੂੰ ਕਹਿੰਦਾ ਹੈ। ਹੁਣ ਕੀ ਕਿਹਾ ਤੂੰ ਗਗਨ ਨੂੰ, ਆਪਾਂ ਡਾਇਰੈਕਟ ਲਿਖ ਦਿੰਦੇ ਹਾਂ, ਜੋ ਤੂੰ ਗਗਨ ਨੂੰ ਕਿਹਾ ਤੇਰੀ ਵਰਡਿੰਗ ਵਿੱਚ ਹੀ ਲਿਖ ਦਿੰਦੇ ਹਾਂ। ਕਿਵੇਂ, ਯੂ ਲਾਈਕ ਇੰਗਲਿਸ਼। ਹੁਣ ਇੱਥੇ ਯੂ ਦਾ ਕੀ ਮਤਲਬ ਹੈ, ਗਗਨ, ਕਿਉਂਕਿ ਤੂੰ ਕਿਹਨੂੰ ਕਹਿ ਰਿਹਾ, ਗਗਨ ਨੂੰ। ਠੀਕ ਹੈ, ਸੋ ਗਗਨ ਯੂ ਲਾਈਕ ਇੰਗਲਿਸ਼, ਕਿ ਗਗਨ ਤੂੰ ਇੰਗਲਿਸ਼ ਲਾਈਕ ਕਰਦਾ, ਬਟ ਆਈ ਲਾਈਕ ਹਿੰਦੀ, ਮੈਂ ਹਿੰਦੀ ਲਾਈਕ ਕਰਦਾ ਹਾਂ। ਠੀਕ ਹੈ, ਸੋ ਇੱਥੇ ਆਈ ਕਿਹਦੇ ਬਾਰੇ ਗੱਲ ਹੋ ਰਹੀ ਹੈ, ਤੇਰੇ ਬਾਰੇ, ਕਿਉਂਕਿ ਤੂੰ ਕਿਹਾ ਗਗਨ ਨੂੰ। ਠੀਕ ਹੈ, ਤੇ ਜਦੋਂ ਤੂੰ ਡਾਇਰੈਕਟ ਕਿਹਾ ਸੀ ਉਦੋਂ ਤੂੰ ਵਰਤਿਆ ਸੀ ਆਈ ਲਾਈਕ ਹਿੰਦੀ, ਮੈਂ ਹਿੰਦੀ ਪਸੰਦ ਕਰਦਾ ਹਾਂ। ਓਕੇ, ਹੁਣ ਇਹਨੂੰ ਇਨਡਾਇਰੈਕਟ ਵਿੱਚ ਕਰ ਲਓ। ਹੁਣ ਮੰਨ ਲਓ ਮੈਂ ਤੈਨੂੰ ਕਵਾਂ, ਠੀਕ ਹੈ, ਕਿੱਦਾਂ ਕਹਾਂਗਾ ਕਿ ਯਾਰ ਤੂੰ ਗਗਨ ਨੂੰ ਕਿਹਾ ਕਿ ਉਹ ਇੰਗਲਿਸ਼ ਲਾਈਕ ਕਰਦਾ ਹੈ, ਹਨਾ, ਗਗਨ ਇੰਗਲਿਸ਼ ਲਾਈਕ ਕਰਦਾ, ਫਿਰ ਮੈਂ ਉਹ ਵਰਤਾਂਗਾ ਨਾ ਕਿ ਉਹ ਇੰਗਲਿਸ਼ ਲਾਈਕ ਕਰਦਾ ਹੈ ਤੇ ਤੂੰ ਹਿੰਦੀ ਲਾਈਕ ਕਰਦਾ ਹੈ, ਤੇਰੇ ਨਾਲ ਗੱਲ ਹੋ ਰਹੀ ਹੈ ਨਾ। ਸੋ ਕਿਸ ਤਰ੍ਹਾਂ ਆਏਗਾ ਕਿ ਯੂ ਟੈਲ ਗਗਨ ਦੈਟ ਹੀ ਲਾਈਕਸ ਇੰਗਲਿਸ਼। ਯੂ ਦੇ ਨਾਲ ਤਾਂ ਲਾਈਕਸ ਲੱਗ ਨਹੀਂ ਸਕਦਾ, ਹੁਣ ਕਿਉਂਕਿ ਹੀ ਆਇਆ ਇੱਥੇ ਕੀ ਆਏਗਾ,
he likes English but you like Hindi, पर तू हिंदी पसंद करता है। नेक्स्ट, they say to us, ਹੁਣ say to ਕਿਹਦੇ ਚ ਚੇਂਜ ਹੋ ਜਾਏਗਾ, tell ਵਿੱਚ, ਠੀਕ ਹੈ। ਉਹਨਾਂ ਨੇ ਸਾਨੂੰ ਕਿਹਾ, ਕੀ ਕਿਹਾ, ਜੋ ਕਿਹਾ ਆਪਾਂ ਪਹਿਲਾਂ ਡਾਇਰੈਕਟ ਲਿਖ ਦਿੱਤਾ ਉਹਨਾਂ ਦੀ ਵਰਡਿੰਗ ਵਿੱਚ, we are not well today, ਕਿ ਅਸੀਂ ਅੱਜ ਠੀਕ ਨਹੀਂ ਹਾਂ। ਸੋ ਇਹਨੂੰ ਇਨਡਾਇਰੈਕਟ ਕਿੱਦਾਂ ਲਿਖਾਂਗੇ ਕਿ they tell us that, ਕਿ ਉਹਨਾਂ ਨੇ ਸਾਨੂੰ ਕਿਹਾ। ਹੁਣ ਤੁਸੀਂ ਕਿਸੇ ਹੋਰ ਨੂੰ ਜਾ ਕੇ ਗੱਲ ਕਹਿ ਰਹੇ ਹੋ ਤਾਂ ਕਿੱਦਾਂ ਕਹੋਗੇ ਕਿ ਉਹ ਅੱਜ ਠੀਕ ਨਹੀਂ ਹਨ। ਓਕੇ, they are not well today। ਨੈਕਸਟ, ਹਰਪ੍ਰੀਤ said, ਹੁਣ ਚੇਂਜ ਹੋਏਗਾ। ਹੁਣ ਦੇਖੋ ਪਹਿਲਾਂ ਕੀ ਆ ਰਿਹਾ ਸੀ, ਫਸਟ ਫਾਰਮ, ਠੀਕ ਹੈ। ਰਿਪੋਰਟਿੰਗ ਵਰਬ ਵਿੱਚ ਕੀ ਆ ਰਿਹਾ ਸੀ, ਫਸਟ ਫਾਰਮ। ਸੋ ਜਿਹੜਾ ਸੈਂਟੈਂਸ ਇਨਵਰਟਡ ਕੋਮਿਆਂ ਦੇ ਵਿੱਚ ਬੰਦ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਰਿਪੋਰਟਡ ਸਪੀਚ। ਤੇ ਪਹਿਲੇ ਵਾਲੇ ਸ਼ਬਦਾਂ ਨੂੰ ਰਿਪੋਰਟਿੰਗ ਵਰਬ। ਸੋ ਹੁਣ ਰਿਪੋਰਟਿੰਗ ਵਰਬ ਵਿੱਚ ਆਪਾਂ ਦੇਖ ਰਹੇ ਹਾਂ ਕਿ said ਲੱਗਿਆ ਹੈ। said ਕਿਹੜੀ ਫਾਰਮ ਹੈ, ਸੈਕਿੰਡ। ਤੇ ਜੇ ਬਾਹਰ ਪਾਸਟ ਹੋਏਗਾ ਤੇ ਅੰਦਰ ਵੀ ਅਸੀਂ ਪਾਸਟ ਵਿੱਚ ਚੇਂਜ ਕਰ ਦਾਂਗੇ। ਓਕੇ, ਸੋ ਹਰਪ੍ਰੀਤ said, ਹਰਪ੍ਰੀਤ ਨੇ ਕਿਹਾ। ਜੋ ਕਿਹਾ ਪਹਿਲਾਂ ਆਪਾਂ ਉਹਦੇ ਲਫ਼ਜ਼ਾਂ ਦੇਖਦੇ ਹਾਂ। ਹਰਪ੍ਰੀਤ ਕੀ ਕਹਿੰਦਾ, I shall talk to you tomorrow, ਮੈਂ ਤੇਰੇ ਨਾਲ ਕੱਲ ਗੱਲ ਕਰਾਂਗਾ। ਹੁਣ ਤੁਹਾਡੇ ਕੋਲ ਪੁੱਛੇ ਕੋਈ ਕਿ ਹਰਪ੍ਰੀਤ ਨੇ ਕੀ ਕਿਹਾ, ਤੁਸੀਂ ਕਹੋਗੇ ਕਿ ਹਰਪ੍ਰੀਤ said that he, ਕਿ ਉਹ ਮੇਰੇ ਨਾਲ ਅਗਲੇ ਦਿਨ ਗੱਲ ਕਰੇਗਾ। ਠੀਕ ਹੈ, ਕਿਉਂਕਿ ਇਹਦਾ ਪਾਸਟ ਦੀ ਗੱਲ ਹੈ, ਪਤਾ ਨਹੀਂ ਕਿੰਨੇ ਦੇਰ ਪਹਿਲਾਂ ਦੀ ਗੱਲ ਹੋਈ ਹੈ। ਤੁਸੀਂ ਇਹ ਤਾਂ ਨਹੀਂ ਕਹੋਗੇ ਕਿ ਮੇਰੇ ਨਾਲ ਕੱਲ ਗੱਲ ਕਰੇਗਾ। ਅਗਲਾ ਫਿਰ ਪੁੱਛੇਗਾ ਅੱਛਾ ਕੱਲ ਕਰੇਗਾ, ਫਿਰ ਤੁਸੀਂ ਕਲੀਅਰ ਕਰੋਗੇ ਨਹੀਂ ਉਹ ਉਸ ਦਿਨ ਦੇ ਕੱਲ ਦੀ ਗੱਲ ਕਰ ਰਿਹਾ ਸੀ, ਯਾਨੀ ਅਗਲੇ ਦਿਨ। ਸੋ ਆਪਾਂ ਨੂੰ ਇੰਨਾ ਸਮਝਾਉਣ ਦੀ ਲੋੜ ਨਹੀਂ ਆ, ਆਪਾਂ ਪਹਿਲਾਂ ਹੀ ਲਿਖ ਦਾਂਗੇ ਕਿ ਅਗਲੇ ਦਿਨ ਗੱਲ ਕਰੇਗਾ। ਠੀਕ ਹੈ, ਸੋ ਕੀ ਆਊਗਾ, ਹਰਪ੍ਰੀਤ said that he would, will shall ਦਾ ਪਾਸਟ ਕੀ ਹੋਏਗਾ, would, he would talk to me the next day। ਠੀਕ ਹੈ, ਅਗਲੇ ਦਿਨ ਗੱਲ ਕਰੇਗਾ। ਹੁਣ ਆ ਗਿਆ ਫਿਊਚਰ, ਰਾਮ will say। तो ਫਿਊਚਰ ਵੀ ਬਾਹਰ ਹੋਵੇ ਤਾਂ ਅੰਦਰ ਰਿਪੋਰਟਡ ਵਰਬ ਵਿੱਚ ਕੋਈ ਚੇਂਜ ਨਹੀਂ ਆਉਂਦੀ। ਸੋ ਪ੍ਰੈਜ਼ੈਂਟ ਵਿੱਚ ਕੋਈ ਚੇਂਜ ਨਹੀਂ ਆਏਗੀ ਤੇ ਫਿਊਚਰ ਵਿੱਚ ਕੋਈ ਚੇਂਜ ਨਹੀਂ ਆਏਗੀ। ਸੋ ਕੀ ਹੈ ਸੈਂਟੈਂਸ, ਰਾਮ will say, ਰਾਮ ਕਹੇਗਾ। ਕੀ ਕਹੇਗਾ, ਉਹਦੇ ਵਰਡਿੰਗ, I have done my work, ਕਿ ਮੈਂ ਆਪਣਾ ਕੰਮ ਕਰ ਚੁੱਕਾ ਹਾਂ। ਸੋ ਇਦਾਂ ਹੀ ਲਿਖ ਦੋ, ਰਾਮ will say that, ਉਹ ਆਪਣਾ ਕੰਮ ਕਰ ਚੁੱਕਾ ਹੈ, ਹਨਾ। He has done his work। Next, ਮੋਹਨ will say to her, ਫਿਰ will ਆ ਗਿਆ, ਹੁਣ say to ਆ ਗਿਆ। ਕੀ ਆਏਗਾ ਦਾ, tell। ਮੋਹਨ will tell her, ਮੋਹਨ ਉਸਨੂੰ ਕਹੇਗਾ, ਲੜਕੀ ਨੂੰ। ਠੀਕ ਹੈ, ਕੀ ਕਹੇਗਾ, you can do this thing tonight, ਤੂੰ ਇਹ ਕੰਮ ਅੱਜ ਰਾਤ ਕਰ ਸਕਦੀ ਹੈ। ਹੁਣ you ਕਿਹਦੇ ਵਾਸਤੇ ਆਇਆ, ਹਰ ਵਾਸਤੇ, ਕੁੜੀ ਵਾਸਤੇ। ਠੀਕ ਹੈ, ਸੋ ਤੁਹਾਡੇ ਕੋਲ ਹੁਣ ਜੇ ਕੋਈ ਹੋਰ ਪੁੱਛੇ ਕਿ ਮੋਹਨ ਉਸ ਕੁੜੀ ਨੂੰ ਕੀ ਕਹੇਗਾ ਤੇ ਤੁਸੀਂ ਕਹੋਗੇ ਕਿ ਮੋਹਨ ਉਸ ਨੂੰ ਦੱਸੇਗਾ ਕਿ ਉਹ ਇਸ ਕੰਮ ਨੂੰ ਅੱਜ ਰਾਤ ਕਰ ਸਕਦੀ ਹੈ। ਮੋਹਨ will tell her that she can do this thing tonight। My sister said to me, ਹੁਣ ਰਿਪੋਰਟਿੰਗ ਵਰਬ ਵਿੱਚ ਕੀ ਆ ਗਿਆ, said to, ਯਾਨੀ told। ਓਕੇ, ਸੋ tell ਦੀ ਸੈਕਿੰਡ ਫਾਰਮ ਲੱਗ ਜਾਏਗੀ told। My sister told me। ਠੀਕ ਹੈ, ਪਹਿਲਾਂ ਤਾਂ ਜੋ ਉਹਨੇ ਕਿਹਾ ਆਪਾਂ ਉਹਦੇ ਵਰਡਿੰਗ ਵਿੱਚ ਪੜ੍ਹਦੇ ਹਾਂ। I will visit my friend next week, ਕਿ ਮੇਰੀ ਸਿਸਟਰ ਨੇ ਕਿਹਾ ਮੈਂ ਆਪਣੀ ਫਰੈਂਡ ਨੂੰ ਮਿਲਣ ਅਗਲੇ ਹਫਤੇ ਜਾਵਾਂਗੀ। ਕਿ ਤੇਰੀ ਸਿਸਟਰ ਨੇ ਤੈਨੂੰ ਕੀ ਕਿਹਾ, ਤੁਸੀਂ ਕੀ ਕਹੋਗੇ ਕਿ ਮਾਈ ਸਿਸਟਰ ਟੋਲਡ ਮੀ ਦੈਟ ਸ਼ੀ would। ਓਕੇ, will ਦਾ ਪਾਸਟ ਕੀ ਹੋ ਜਾਏਗਾ, would। she would visit her friend, ਉਹ ਆਪਣੀ ਦੋਸਤ ਨੂੰ ਮਿਲਣ ਜਾਏਗੀ। ਨੈਕਸਟ ਵੀਕ, ਸੋ ਜਿੱਥੇ ਪਾਸਟ ਹੋਵੇ ਤੇ ਨੈਕਸਟ ਵੀਕ ਲੱਗਿਆ ਹੋਵੇ, ਟੁਮਾਰੋ ਲੱਗਿਆ ਹੋਵੇ, ਨਾਓ ਲੱਗਿਆ ਹੋਵੇ, 10 ਲੱਗਿਆ ਹੋਵੇ, ਇਹੋ ਜਿਹੇ ਵਰਡਸ ਲੱਗੇ ਹੋਣ ਤੇ ਉਹ ਵੀ ਪਾਸਟ ਟੈਂਸ ਦੇ ਹਿਸਾਬ ਨਾਲ ਅਸੀਂ ਚੇਂਜ ਕਰ ਦਿੰਦੇ ਹਾਂ। ਇਹਦੀ ਮੈਂ ਲਿਸਟ ਇਸ ਐਕਸਰਸਾਈਜ਼ ਤੋਂ ਬਾਅਦ ਤੁਹਾਨੂੰ ਦਵਾਂਗਾ ਜਿਹਦੇ ਵਿੱਚ ਕਿਹੜੇ ਵਰਡਸ ਕਿੱਦਾਂ ਚੇਂਜ ਕਰਨੇ ਹਨ ਜਦੋਂ ਬਾਹਰ ਰਿਪੋਰਟਿੰਗ ਵਰਬ ਵਿੱਚ ਪਾਸਟ ਹੋਵੇ। ਓਕੇ, ਸੋ ਇੱਥੇ ਰਿਪੋਰਟਿੰਗ ਵਰਬ ਚ ਪਾਸਟ ਹੈ, ਮਾਈ ਸਿਸਟਰ ਟੋਲਡ ਮੀ ਦੈਟ ਸ਼ੀ ਵੁੱਡ ਵਿਜ਼ਿਟ ਹਰ ਫਰੈਂਡ। ਤੇ ਨੈਕਸਟ ਵੀਕ ਦਾ ਹੋ ਜਾਏਗਾ ਦ ਫੋਲੋਇੰਗ ਵੀਕ। ਸੋ ਕੀ ਆਏਗਾ, ਮਾਈ ਸਿਸਟਰ ਟੋਲਡ ਮੀ ਦੈਟ she would visit her friend the following week, ਕਿ ਉਹ ਆਉਣ ਵਾਲੇ ਹਫਤੇ, following week ਕੀ ਹੁੰਦਾ ਕਿ ਉਹ ਆਉਣ ਵਾਲੇ ਹਫਤੇ। ਸੋ ਆਉਣ ਵਾਲਾ ਹਫਤਾ ਕਿਹੜਾ ਹੋਏਗਾ, ਨੈਕਸਟ। ਠੀਕ ਹੈ, ਕਿਉਂਕਿ ਪਤਾ ਨਹੀਂ ਕਿੰਨੀ ਪੁਰਾਣੀ ਗੱਲ ਹੈ। ਠੀਕ ਹੈ, ਜੇ ਤੁਸੀਂ ਕਿਸੇ ਨੂੰ ਕਹੋਗੇ ਕਿ ਮੇਰੇ ਸਿਸਟਰ ਨੇ ਕਿਹਾ ਕਿ ਉਹ ਆਪਣੀ ਫਰੈਂਡ ਨੂੰ
ਅਗਲੇ ਹਫਤੇ ਮਿਲਣ ਜਾਏਗੀ ਤੇ ਅਗਲਾ ਕਹੇਗਾ ਅੱਛਾ ਅਗਲਾ ਹਫਤਾ ਜਿਹੜਾ ਆਉਣ ਵਾਲਾ, ਤੁਸੀਂ ਕਹੋਗੇ ਨਹੀਂ ਹੋਣ ਵਾਲਾ ਹਫਤਾ ਨਹੀਂ, ਕਿ ਜਦੋਂ ਮੈਨੂੰ ਮੇਰੀ ਸਿਸਟਰ ਨੇ ਕਿਹਾ ਸੀ ਉਸ ਤੋਂ ਅਗਲਾ ਹਫਤਾ, ਯਾਨੀ ਆਉਣ ਵਾਲਾ ਹਫਤਾ। ਓਕੇ, ਸੋ ਸਿੰਪਲੀਫਾਈਡ ਕੀ ਹੈ ਕਿ ਉਸੇ ਵੇਲੇ ਤੁਸੀਂ ਲਿਖ ਦਿਓ ਦ ਫੋਲੋਇੰਗ ਵੀਕ। ਪਰ ਇਹ ਸਾਰੇ ਚੇਂਜ ਉਦੋਂ ਕਰਨੇ ਨੇ ਜਦੋਂ ਬਾਹਰ ਪਾਸਟ ਹੋਏ, ਜਦੋਂ ਬਾਹਰ ਪ੍ਰੈਜ਼ੈਂਟ ਹੋਏ, ਜਦੋਂ ਫਿਊਚਰ ਹੋਏ। ਸਾਨੂੰ ਟੁਨਾਈਟ ਨੂੰ ਚੇਂਜ ਕਰਨ ਦੀ ਲੋੜ ਨਹੀਂ, ਸਾਨੂੰ ਨੈਕਸਟ ਵੀਕ ਨੂੰ ਚੇਂਜ ਕਰਨ ਦੀ ਲੋੜ ਨਹੀਂ, ਸਾਨੂੰ ਨਾਓ ਨੂੰ ਚੇਂਜ ਕਰਨ ਦੀ ਲੋੜ ਨਹੀਂ। ਓਕੇ ਜੀ, ਆ ਜਾਓ ਅੱਗੇ 9th। ਮਿਸਿਸ ਸ਼ਰਮਾ ਸੈਡ। ਹੁਣ ਸੈਡ ਕਿਹੜੀ ਫਾਰਮ ਹੈ? ਸੈਕਿੰਡ, ਇਹਦਾ ਮਤਲਬ ਪਾਸਟ ਹੈ। ਸੋ ਰਿਪੋਰਟਿੰਗ ਵਰਬ ਸਾਨੂੰ ਪਤਾ ਚੱਲ ਗਿਆ ਕਿ ਪਾਸਟ ਹੈ, ਇਹਦਾ ਮਤਲਬ ਅੰਦਰ ਵੀ ਅਸੀਂ ਪਾਸਟ ਟੈਂਸ ਬਣਾ ਦਾਂਗੇ। ਓਕੇ, ਜੇ ਅੰਦਰ ਪਾਸਟ ਇਨਡੈਫੀਨਿਟ ਹੈ ਤੇ ਉਹਨੂੰ ਪਾਸਟ ਪਰਫੈਕਟ ਕਰ ਦਾਂਗੇ। ਜੇ ਅੰਦਰ ਪ੍ਰੈਜ਼ੈਂਟ ਕੰਟੀਨਿਊਅਸ ਹੈ ਅਸੀਂ ਉਹਨੂੰ ਪਾਸਟ ਕੰਟੀਨਿਊਅਸ ਕਰ ਦਾਂਗੇ। ਜੇ ਅੰਦਰ ਪ੍ਰੈਜ਼ੈਂਟ ਪਰਫੈਕਟ ਹੈ ਅਸੀਂ ਉਹਨੂੰ ਪਾਸਟ ਪਰਫੈਕਟ ਕਰ ਦਾਂਗੇ। ਸੋ ਜੇ ਅੰਦਰ ਪਹਿਲੇ ਤੋਂ ਹੀ ਪਾਸਟ ਪਰਫੈਕਟ ਜਾਂ ਪਾਸਟ ਪਰਫੈਕਟ ਕੰਟੀਨਿਊਅਸ ਹੈ ਉਹਨੂੰ ਤਾਂ ਆਪਾਂ ਫਿਰ ਚੇਂਜ ਨਹੀਂ ਕਰ ਸਕਦੇ। ਸੋ ਇਦਾਂ ਹੀ ਰਹੇਗਾ। ਸੋ ਆਓ ਆਪਾਂ 9th ਦੇਖਦੇ ਹਾਂ। ਮਿਸਿਸ ਸ਼ਰਮਾ ਸੈਡ। ਹੁਣ ਮਿਸਿਸ ਸ਼ਰਮਾ ਨੇ ਕੀ ਕਿਹਾ? ਉਹ ਕਹਿੰਦੇ ਆਈ ਐਮ ਟੀਚਿੰਗ ਮਾਈ ਸਨ ਇੰਗਲਿਸ਼। ਮੈਂ ਆਪਣੇ ਬੱਚੇ ਨੂੰ ਇੰਗਲਿਸ਼ ਪੜ੍ਹਾ ਰਹੀ ਹਾਂ। ਹੁਣ ਤੁਹਾਡੇ ਕੋਲ ਕੋਈ ਹੋਰ ਪੁੱਛੇ ਹਾਂਜੀ ਮਿਸਿਸ ਸ਼ਰਮਾ ਨੇ ਕੀ ਕਿਹਾ, ਤੁਸੀਂ ਇਹੀ ਕਹੋਗੇ ਕਿ ਮਿਸਿਸ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਬੱਚੇ ਨੂੰ ਇੰਗਲਿਸ਼ ਪੜ੍ਹਾ ਰਹੀ ਸੀ, ਹਨਾ। ਹੁਣ ਤਾਂ ਨਹੀਂ ਪੜ੍ਹਾ ਰਹੀ ਕਿਉਂਕਿ ਤਾਂ ਪਾਸਟ ਦੀ ਗੱਲ ਹੈ। ਸੋ ਇਹਨੂੰ ਆਪਾਂ ਕਿੱਦਾਂ ਕਰਾਂਗੇ? ਮਿਸਿਸ ਸ਼ਰਮਾ ਸੈਡ ਦੈਟ ਸ਼ੀ ਵਾਜ਼, ਕਿਉਂਕਿ ਬਾਹਰ ਪਾਸਟ ਹੈ ਤੇ ਅੰਦਰ ਵੀ ਪਾਸਟ ਹੋ ਜਾਏਗਾ। ਸ਼ੀ ਵਾਜ਼ ਟੀਚਿੰਗ ਹਰ ਸਨ English. Okay. 10th, the teacher said to us. Teacher ਨੇ ਸਾਨੂੰ ਕਿਹਾ slow and steady wins the race. ਹੁਣ ਦੇਖੋ ਇਹ ਤਾਂ ਭਾਈ ਸੱਚਾਈ ਹੈ, ਹਨਾ, ਕਿ ਅਸੀਂ ਲਗਾਤਾਰ ਲੱਗੇ ਰਹੀਏ ਕਿਸੇ ਕੰਮ ਨੂੰ ਤੇ ਅਸੀਂ ਸਫਲਤਾ ਹਾਸਲ ਕਰ ਲੈਂਦੇ ਆ। ਸੋ ਇਹ ਤਾਂ ਯੂਨੀਵਰਸਲ ਟਰੁਥ ਹੈ, ਸੱਚਾਈ ਹੈ। ਸੋ ਇਹਦੇ ਲਈ ਭਾਵੇਂ ਬਾਹਰ ਰਿਪੋਰਟਿੰਗ ਵਰਬ ਵਿੱਚ ਪ੍ਰੈਜ਼ੈਂਟ ਹੋਵੇ, ਚਾਹੇ ਪਾਸਟ ਹੋਵੇ, ਚਾਹੇ ਕੁਝ ਵੀ ਹੋਵੇ, ਇਹ ਤਾਂ ਅਨਚੇਂਜਡ ਰਹੇਗਾ। ਇਹਨੂੰ ਆਪਾਂ ਚੇਂਜ ਨਹੀਂ ਕਰਨਾ। ਸੋ ਐਜ਼ ਇਟ ਇਜ਼ ਹੀ ਲਿਖ ਦੇਣਾ ਦ ਟੀਚਰ ਟੋਲਡ ਅਸ ਦੈਟ slow and steady wins the race. Okay, ਇਹਨੂੰ ਕੁਝ ਨਹੀਂ ਚੇਂਜ ਕਰਨਾ। 11th, my father said. ਮੇਰੇ ਪਿਤਾ ਜੀ ਨੇ ਕਿਹਾ। ਜੋ ਕਿਹਾ ਪਹਿਲਾਂ ਉਹ ਦੇਖ ਲਈਏ। your friend met me yesterday. ਤੇਰਾ ਦੋਸਤ ਮੈਨੂੰ ਕੱਲ ਮਿਲਿਆ ਸੀ। ਠੀਕ, ਹੁਣ ਬਾਹਰ ਹੈ said ਤੇ ਅੰਦਰ ਕੀ ਹੈ? met। ਇਹਦਾ ਮਤਲਬ ਅੰਦਰ ਵੀ ਜਿਹੜਾ ਪਾਸਟ ਹੈ। ਸੋ ਪਾਸਟ ਕਿਹਦੇ ਚੇਂਜ ਹੋ ਜਾਏਗਾ? ਪਾਸਟ ਪਰਫੈਕਟ ਵਿੱਚ। ਹੁਣ ਮੰਨ ਲਓ ਤੁਹਾਨੂੰ 5-7 ਦਿਨ ਬਾਅਦ ਕੋਈ ਪੁੱਛਦਾ ਯਾਰ ਤੇਰੇ ਪਿਤਾ ਜੀ ਨੇ ਤੈਨੂੰ ਕੀ ਕਿਹਾ ਸੀ, ਤੁਸੀਂ ਕੀ ਕਹੋਗੇ? ਕਿ ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਉਹਨਾਂ ਨੂੰ ਮੇਰਾ ਦੋਸਤ ਪਿਛਲੇ ਦਿਨ ਮਿਲਿਆ। ਠੀਕ ਹੈ, ਤੇ ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਕੱਲ ਮਿਲਿਆ। ਸੋ ਕੱਲ ਤਾਂ ਮਿਲਿਆ ਨਹੀਂ, ਹਫਤੇ ਪਹਿਲਾਂ ਦੀ ਗੱਲ ਹੈ। ਓਕੇ, ਸੋ ਤੁਸੀਂ ਇਹ ਲਿਖੋਗੇ ਕਿ ਪਿਛਲੇ ਦਿਨ ਮਿਲਿਆ। ਸੋ ਇੰਗਲਿਸ਼ ਕਿੱਦਾਂ ਕਰਾਂਗੇ? ਕਿ ਮਾਈ ਫਰੈਂਡ। ਠੀਕ ਹੈ, ਮੇਰਾ ਮਿੱਤਰ। ਸੋ ਹੁਣ ਮੈਂ ਕਹਿ ਰਿਹਾ ਨਾ, ਪਹਿਲਾਂ ਪਿਤਾ ਜੀ ਮੈਨੂੰ ਕਹਿ ਰਹੇ ਸੀ, ਇਸ ਕਰਕੇ ਉਹਨਾਂ ਨੇ ਲਿਖਤਾ ਯੂਅਰ ਫਰੈਂਡ, ਤੇਰਾ ਦੋਸਤ ਮਿਲਿਆ ਸੀ। ਪਰ ਹੁਣ ਜੇ ਕੋਈ ਮੈਨੂੰ ਪੁੱਛੇ ਕਿ ਤੇਰੇ ਪਿਤਾ ਜੀ ਕੀ ਕਹਿ ਰਹੇ ਸੀ, ਤਾਂ ਮੈਂ ਤਾਂ ਇਹ ਕਹਾਂਗਾ ਨਾ ਕਿ ਮੇਰਾ ਮਿੱਤਰ ਮਿਲਿਆ ਸੀ। ਸੋ ਮੈਂ ਲਿਖਾਂਗਾ ਮਾਈ ਫਰੈਂਡ। ਸੋ ਮੈਟ ਸੈਕਿੰਡ ਫਾਰਮ ਹੈ, ਬਾਹਰ ਪਾਸਟ ਟੈਂਸ ਹੈ ਤੇ ਇਹਦਾ ਮਤਲਬ ਇਹ ਪਾਸਟ ਪਰਫੈਕਟ ਹੋ ਜਾਏਗਾ। ਮਾਈ ਫਰੈਂਡ had met him. ਉਹਨਾਂ ਨੂੰ ਮਿਲਿਆ ਸੀ ਮੇਰੇ ਪਿਤਾ ਜੀ ਨੂੰ। ਠੀਕ ਹੈ, ਸੋ me ਦੀ ਜਗ੍ਹਾ ਕੀ ਆ ਜਾਏਗਾ? him. the previous day, ਪਿਛਲੇ ਦਿਨ। you said to ਆਸ਼ਾ, ਤੁਸੀਂ ਆਸ਼ਾ ਨੂੰ ਕਿਹਾ। ਹੁਣ said to ਆ ਗਿਆ ਤਾਂ ਮਤਲਬ told ਤਾਂ ਆ ਹੀ ਜਾਏਗਾ। you told ਆਸ਼ਾ। ਹੁਣ ਕੀ ਕਿਹਾ ਪਹਿਲਾਂ ਇਹ ਦੇਖ ਲਈਏ। you had already done your work. ਤੂੰ ਪਹਿਲਾਂ ਤੋਂ ਹੀ ਆਪਣਾ ਕੰਮ ਕਰ ਚੁੱਕੀ ਸੀ। ਸੋ ਇੱਥੇ ਪਹਿਲਾਂ ਤੋਂ ਹੀ ਪਾਸਟ ਪਰਫੈਕਟ ਹੈ। ਸੋ ਇਹ ਤਾਂ ਚੇਂਜ ਹੋਣਾ ਹੀ ਨਹੀਂ। ਸੋ ਸਿੰਪਲ ਲਿਖ ਦੋ ਯੂ ਟੋਲਡ ਆਸ਼ਾ ਦੈਟ ਸ਼ੀ ਹੈਡ, ਹਨਾ। ਆਸ਼ਾ ਨੂੰ ਕਿਹਾ ਨਾ ਕਿ ਆਸ਼ਾ ਤੂੰ ਪਹਿਲਾਂ ਤੋਂ ਹੀ ਆਪਣਾ ਕੰਮ ਕਰ ਚੁੱਕੀ ਹੈ। ਹੁਣ ਜਦੋਂ ਕੋਈ ਤੀਸਰਾ ਬੰਦਾ ਉਹਨੂੰ ਕਹੇਗਾ ਤੇ ਫਿਰ ਇਦਾਂ ਹੀ ਕਹੇਗਾ ਨਾ ਕਿ ਤੂੰ ਆਸ਼ਾ ਨੂੰ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਪਣਾ ਕੰਮ ਕਰ ਚੁੱਕੀ ਸੀ। ਸੋ ਯੂ ਟੋਲਡ ਆਸ਼ਾ ਦੈਟ ਸ਼ੀ ਹੈਡ already done her work. Next, my mother said. ਮੇਰੇ ਮਾਤਾ ਜੀ ਨੇ ਕਿਹਾ I shall go to your school today. ਮੈਂ ਤੇਰੇ ਸਕੂਲ ਅੱਜ ਜਾਵਾਂਗੀ। ਬਾਹਰ said ਹੈ, ਇਸ ਕਰਕੇ ਅੰਦਰ ਵੀ ਆਪਾਂ past ਚੇਂਜ ਕਰ ਦਾਂਗੇ। ਹੁਣ ਮੰਨ ਲਓ 5-6 ਦਿਨ ਬਾਅਦ ਤੁਹਾਡੇ ਕੋਲ ਕੋਈ ਪੁੱਛ ਲੈਂਦਾ ਹਾਂਜੀ ਕੀ ਕਿਹਾ ਤੇਰੀ ਮੰਮੀ ਨੇ,
ਫਿਰ ਤੁਸੀਂ ਕਹੋਗੇ ਮਾਈ ਮਦਰ ਸੈਡ ਦੈਟ ਸ਼ੀ, ਠੀਕ ਹੈ ਵੀ ਉਹ, ਸ਼ੀ ਵੁੱਡ, ਸੋ ਵਿਲ ਤੇ ਸ਼ੈਲ ਕਿਸ ਚੇਂਜ ਹੋ ਜਾਏਗਾ, ਵੁੱਡ, ਬਾਰ ਪਾਸਟ ਹੈ ਨਾ, ਸੋ ਵਿਲ ਤੇ ਸ਼ੈਲ ਦਾ ਪਾਸਟ ਹੋਏਗਾ ਵੁੱਡ। ਸ਼ੀ ਵੁੱਡ ਗੋ ਟੂ ਮਾਈ ਸਕੂਲ, ਉਹ ਮੇਰੇ ਸਕੂਲ ਜਾਣਗੇ, ਤੇ ਟੁਡੇ ਦਾ ਕੀ ਚੇਂਜ ਹੋ ਜਾਏਗਾ, that day, she would go to my school that day। next, I said to her, ਮੈਂ ਉਸ ਨੂੰ ਕਿਹਾ, I told her, ਠੀਕ ਹੈ, ਮੈਂ ਉਸ ਨੂੰ ਕਿਹਾ, the English defeated the French in India, ਕਿ ਅੰਗਰੇਜ਼ਾਂ ਨੇ ਫਰਾਂਸੀਸੀਆਂ ਨੂੰ ਭਾਰਤ ਵਿੱਚ ਹਰਾ ਦਿੱਤਾ। ਸੋ ਇਹ ਤਾਂ ਸੱਚਾਈ ਹੈ, ਇਹ ਤਾਂ ਆਪਾਂ ਚੇਂਜ ਕਰ ਨਹੀਂ ਸਕਦੇ, ਸੋ ਇਹ ਉਦਾਂ ਹੀ ਆ ਜਾਏਗਾ ਕਿ I told her that the English defeated the French in India। next, mother said to me, mother ਨੇ ਮੈਨੂੰ ਕਿਹਾ, ਹੁਣ said to ਕਿਹਦੇ ਚੇਂਜ ਹੋ ਜਾਏਗਾ, told, mother told me, okay, ਪਹਿਲਾਂ ਤਾਂ ਦੇਖਿਏ mother ਨੇ ਕਿਹਾ ਕਿ I shall wait for you here, ਕਿ ਮੈਂ ਤੇਰੀ ਇੱਥੇ ਵੇਟ ਕਰਾਂਗੀ। 4-5 ਦਿਨ ਬਾਅਦ ਤੁਹਾਡੇ ਕੋਲ ਕਿਸੇ ਨੇ ਪੁੱਛਿਆ ਯਾਰ ਤੇਰੇ ਮਦਰ ਨੇ ਕੀ ਕਿਹਾ ਸੀ, ਤੁਸੀਂ ਕਹੋਗੇ ਮਦਰ ਨੇ ਮੈਨੂੰ ਕਿਹਾ ਸੀ ਕਿ ਉਹ ਉੱਥੇ ਵੇਟ ਕਰੇਗੀ, ਸੋ ਤੁਸੀਂ ਇਹ ਤਾਂ ਨਹੀਂ ਕਹੋਗੇ 4-5 ਦਿਨ ਬਾਅਦ ਕਿ ਉਹ ਇੱਥੇ ਵੇਟ ਕਰੇਗੀ, ਸੋ ਹੇਅਰ ਦਾ ਕੀ ਚੇਂਜ ਹੋ ਜਾਏਗਾ, ਦੇਅਰ, ਮਦਰ ਟੋਲਡ ਮੀ ਦੈਟ ਸ਼ੀ ਵੁੱਡ ਵੇਟ ਫॉर ਮੀ, ਸ਼ੀ ਵੁੱਡ ਵੇਟ ਫॉर ਮੀ देयर। ਸੋ ਇਹਨੂੰ ਅਸੀਂ ਪਾਰਟਸ ਵਿੱਚ ਕਰਾਂਗੇ ਤਾਂ ਕਿ ਸਾਨੂੰ ਹਰ ਕਨਸੈਪਟ ਦਾ ਈਜ਼ੀਲੀ ਸਮਝ ਆ ਜਾਏ। ਸੋ ਅਗਲੀ ਐਕਸਰਸਾਈਜ਼ ਵਿੱਚ ਨਰੇਸ਼ਨ ਨਾਲ ਜੁੜੀਆਂ ਹੋਈਆਂ ਹੋਰ ਕਈ ਚੀਜ਼ਾਂ ਕਰਾਂਗੇ। ਹੋਪ ਤੁਹਾਨੂੰ ਇਹ ਚੀਜ਼ਾਂ ਸਮਝ ਆ ਰਹੀਆਂ ਹੋਣਗੀਆਂ, ਤੇ ਜੇ ਨਹੀਂ ਵੀ ਸਮਝ ਆਈਆਂ ਤੇ ਇੱਕ ਕੰਮ ਕਰਨਾ, ਆਪਣੀ ਗ੍ਰਾਮਰ ਦੀ ਬੁੱਕ ਖੋਲਣਾ ਤੇ ਆਪਣੇ ਆਪ ਸੈਲਫ ਸਟੱਡੀ ਕਰਨਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਤੇ ਕੁਝ ਐਗਜ਼ਾਮਪਲਸ ਤੇ ਉੱਥੇ ਸੋਲਡ ਐਗਜ਼ਾਮਪਲਸ ਵੀ ਪਈਆਂ ਨੇ, ਉਹਨਾਂ ਨੂੰ ਦੁਬਾਰਾ ਦੇਖਣਾ। ਇਸ ਤਰ੍ਹਾਂ ਜਿੰਨਾ ਜ਼ਿਆਦਾ ਟਾਈਮ ਤੁਸੀਂ ਇਹਨਾਂ ਸਟੇਟਮੈਂਟਸ ਵਿੱਚ ਸਪੈਂਡ ਕਰੋਗੇ, ਤੁਹਾਨੂੰ ਇਹ ਨਰੇਸ਼ਨ, ਡਾਇਰੈਕਟ ਇਨਡਾਇਰੈਕਟ ਸਪੀਚ ਓਨੀ ਹੀ ਜ਼ਿਆਦਾ ਜਲਦੀ ਆ ਜਾਏਗੀ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ ਵੈਰੀ ਮਚ।